ਜ਼ਿੰਦਗੀ ਦਾ ਸਫ਼ਰ ਬੜਾ ਔਖਾ ਰਿਹਾ, ਲੇਕਿਨ ਇੰਨਾ ਵੀ ਨਹੀਂ ਔਖਾ ਰਿਹਾ ਕਿਉਂਕਿ ਮਾਂ ਦਾ ਆਸ਼ੀਰਵਾਦ ਸੀ ਮੇਰੇ ਸਿਰ ਦੇ ਉੱਤੇ। ਸਿਰ ਤੇ ਪਿਓ ਦਾ ਸਾਇਆ ਨਹੀਂ ਸੀ, ਕੈਂਸਰ ਦੀ ਵਜ੍ਹਾ ਨਾਲ ਉਹਨਾਂ ਦੀ ਡੈਥ ਹੋ ਗਈ ਸੀ, ਲੇਕਿਨ ਮੇਰੀ ਮਾਂ ਨੇ ਹਿੰਮਤ ਨਹੀਂ ਸੀ ਹਾਰੀ। ਦਿਹਾੜੀ ਮਜ਼ਦੂਰੀ ਕਰਕੇ ਉਹਨਾਂ ਨੇ ਮੈਨੂੰ ਪੜ੍ਹਾਉਣ ਦੀ ਇੱਕ ਮੇਰੇ ਦਿਲ ਦੇ ਵਿੱਚ ਮੋਟੀਵੇਸ਼ਨ ਪੈਦਾ ਕੀਤੀ। मैं तुहानू अपनी दसा किहड़ी कमी है मेरे दे विच, वो मैनू दसो। नैशनल लैवल ते गोल्ड मैडलिस्ट, ऑल इंडिया इंटरविस्टी विच मैं तुहानू दसा मैं बेस्ट एक्टर रहा वा, NCC विच बेस्ट कैंपर रहा वा, NSS विच बेस्ट वलंटियर रहा वा, और मैं तो किन्ने का अवार्ड मैं गिना वा। मेरे घर देखो, मेरे स्कूल देखो, यूनीवर्सिटी देखो, या फिर मेरे कॉलेज देखो, मैं मैडलों नाल भरे होए आ। लेकिन अज मेरी माँ दे अखां दे विच हंझू आ। किहड़ी गल्लों मेरी माँ दे अखां दे विच हंझू? ਅੱਜ ਜਦੋਂ ਮਾਂ ਇੱਥੇ ਦੇਖਦੀ ਹੈ ਤਾਂ ਮਾਂ ਕਿੱਦਾਂ ਦਾ ਸੋਚਦੀ ਹੈ ਵੀ ਮੈਂ ਆਪਣੇ ਪੁੱਤਰ ਨੂੰ ਇਸ ਲਈ ਪੜਾਇਆ ਸੀ। ਮੈਨੂੰ ਆਪਣਾ ਦੁੱਖ ਨਹੀਂ ਹੈਗਾ। ਆ ਦੇਖੋ, ਆ ਦੇਖੋ, ਦੋ ਰੰਗ ਮੇਰੇ ਚਿਹਰੇ ਦੇ ਤੇ ਮੇਰੇ ਸਰੀਰ ਦੇ। ਮਿਹਨਤ ਕਰਨ ਤੋਂ ਨਹੀਂ ਘਬਰਾਉਂਦਾ, ਮਿਹਨਤ ਤੋਂ ਨਹੀਂ ਡਰਦਾ, ਲੇਕਿਨ ਜਿਹੜੀ ਮੇਰੀ ਮਾਂ ਦਾ ਦਿਲ ਦਿਖਾਇਆ ਨਾ, ਇਹ ਹਿੰਦੁਸਤਾਨ ਦੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ, ਬਾਏ ਗਾਡ ਦਿਲ ਬਹੁਤ ਦੁਖਦਾ ਆ। ਹੁਣ ਮਨ ਭਰਦਾ ਆਂਦਾ ਆ ਕਿ MPhil ਤੱਕ ਮੈਂ ਕੀਤੀ, ਉਸ ਤੋਂ ਬਾਅਦ ਬੱਚਿਆਂ ਨੂੰ ਕੋਚਿੰਗ ਵੀ ਦਿੱਤੀ ਤੇ ਫਿਰ ਪੜ੍ਹਾਇਆ ਵੀ। ਨੈਸ਼ਨਲ ਵਿੱਚ 골ਡ ਮੈਡਲ ਲਿੱਤਾ, ਆਲ ਇੰਡੀਆ ਯੂਨੀਵਰਸਿਟੀ ਵਿੱਚ 골ਡ ਮੈਡਲ ਲਿੱਤਾ। ਠੀਕ ਹੈ, ਮੈਨੂੰ ਇਹ ਆ ਮੇਰੀ ਸਰਕਾਰਾਂ ਤੋਂ ਜਾਂ ਫਿਰ ਸੈਂਟਰ ਸਰਕਾਰਾਂ ਤੋਂ ਇਹ ਗਿਲਾ ਸ਼ਿਕਵਾ ਜ਼ਰੂਰ ਹੈ ਕਿ ਵੀ ਜਿਹੜੇ ਬੱਚੇ ਮੇਰੇ ਮਹੱਲੇ ਦੇ ਜਾਂ ਫਿਰ ਮੇਰੇ ਹੋਰ ਜਿਹੜੇ ਸਟੂਡੈਂਟ ਹੈ, ਮੈਨੂੰ ਦੇਖ ਕੇ ਮੋਟੀਵੇਸ਼ਨ ਲੈਂਦੇ ਸੀ ਕਿ ਵੀ ਹਾਂ ਅਸੀਂ ਸਰ ਵਾਂਗਣ ਬਣਨਾ ਆ। ਤੇ ਕੀ ਅੱਜ ਮੇਰਾ ਦਿਲ ਕਰਦਾ ਹੋਊਗਾ ਕਿ ਵੀ ਹਾਂ ਉਹ ਬੱਚੇ ਮੇਰੇ ਵਾਂਗਣ ਬਣਨ? ਸਾਡੇ ਵਰਗੇ 골ਡ ਮੈਡਲਿਸਟ ਬੈਠੇ ਆ, ਫੜੀਆਂ ਤੇ ਜੁੱਤੀਆਂ ਲੈ ਲਓ, ਜੁੱਤੀਆਂ ਆ ਬੈਠੇ ਆ, 150 ਰੁਪਏ ਦੀ ਜੁੱਤੀ, 200 ਰੁਪਏ ਦੀ ਜੁੱਤੀ। ਆ ਜਿਹੜੇ ਨੈਸ਼ਨਲ 골ਡ ਮੈਡਲਿਸਟ ਆ ਬੈਠੇ ਆ, ਠੀਕ ਹੈ ਨਾ। ਉਹ ਜਿਹੜੇ ਸਿਫਾਰਸ਼ੀ ਉਹ ਬੈਠੇ ਬੜੇ ਅਫਸਰ, ਠੀਕ ਹੈ ਨਾ। ਸਟੇਟ ਵਿੱਚ ਚੈਂਪੀਅਨ ਪਤਾ ਨਹੀਂ ਕਿੱਦਾਂ ਆਏ ਹੋਣੇ, ਉਹ ਚੈਂਪੀਅਨ ਬਣੇ ਹੋਣੇ ਆ, ਠੀਕ ਹੈ ਨਾ। ਅਸੀਂ ਜਿਹੜੇ ਮਿੱਟੀ ਨਾਲ ਮਿੱਟੀ ਹੁੰਦੇ ਰਹੇ, ਠੀਕ ਹੈ ਨਾ, ਰੋੜਿਆਂ ਵਾਲੀ ਫੀਲਡਾਂ ਉੱਤੇ ਖੇਡੇ ਅਸੀਂ, ਠੀਕ ਹੈ। ਅਚਾਨਕ ਇੱਕ ਸੋਚੋ ਕਿ ਮੈਨੂੰ ਮੇਰੀ ਮਾਂ ਦਾ ਉਤਸ਼ਾਹ ਕਿੱਦਾਂ ਜਿਗਰਾ ਮੇਰੀ ਮਾਂ ਦਾ ਹੋਣਾ ਕਿ ਵੀ ਹਾਂ ਵੀ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਹੋਣੀ ਕਿ ਜਿਸ ਵੇਲੇ ਉਹਨੂੰ ਲੱਗਦਾ ਹੋਣਾ ਕਿ ਮੇਰਾ ਪੁੱਤ ਕੱਲ੍ਹ ਨੂੰ ਸਬ ਇੰਸਪੈਕਟਰ ਲੱਗ ਜਾਣਾ ਆ। ਤੇ ਉਸ ਤੋਂ ਬਾਅਦ 2-4 ਦਿਨ ਮਗਰੋਂ ਸਾਨੂੰ ਪਤਾ ਲੱਗਦਾ ਹੈ ਕਿ ਵੀ ਉਹ ਤਾਂ ਪੋਸਟਾਂ ਕਿਸੇ ਹੋਰ ਨੂੰ ਮਿਲੀ ਜਾਂਦੀਆਂ। ਇਹੀ ਤੁਹਾਨੂੰ ਕਹਿਣਾ ਚਾਹੁੰਦਾ ਵਾ, ਕੰਮ ਕੋਈ ਮਾੜਾ ਨਹੀਂ, ਲੇਕਿਨ ਸਾਡੀਆਂ ਸਰਕਾਰਾਂ ਜ਼ਰੂਰ ਮਾੜੀਆਂ ਨੇ ਜਿਹੜੇ ਇੱਕ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਦੇ ਕਹਿੰਦੇ ਨੇ ਪਕੌੜੇ ਤਲੋ। ਭਾਈ ਪਕੌੜੇ ਵੇਚਣ ਲਈ ਵੀ ਤਾਂ ਪੈਸੇ ਚਾਹੀਦੇ ਨੇ, ਠੀਕ ਹੈ ਨਾ। ਕਦੇ ਕਹਿੰਦੇ ਨੇ ਘਰ ਘਰ ਨੌਕਰੀ ਦੇਵਾਂਗੇ ਤੁਹਾਨੂੰ, ਇਹ ਕਹਿ ਕੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਝੂਠੀਆਂ ਸਹੁੰਆਂ ਖਾ ਕੇ ਤੁਸੀਂ ਸਰਕਾਰਾਂ ਦੇ ਵਿੱਚ ਆ ਜਾਂਦੇ ਹੋ। ਮੇਰੀ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਯਾਰ ਕਿੱਡੇ ਯਾਰ ਤੁਸੀਂ ਜਲੀਲ ਬੰਦੇ ਹੋ ਯਾਰ, ਠੀਕ ਹੈ ਨਾ। ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਸਰਕਾਰਾਂ ਨੂੰ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਖੜੀਆਂ ਤੇ ਯਾਰ ਜੁੱਤੇ ਵੇਚੀ ਜਾਂਦੇ ਆ। ਔਰ ਕਿੰਨੇ ਕੁ ਇਹੋ ਜਿਹੇ ਹੈਗੇ ਆ। ਮੋਦੀ ਨਹੀਂ ਨਾ ਮੰਨੋ ਬਹੁਤੀ, ਠੀਕ ਹੈ ਨਾ, ਜਿਹੜਾ ਕਹੀ ਜਾਂਦਾ ਕਿ ਵੀ ਹਾਂ ਪਕੌੜੇ ਤਲੋ ਤੇ ਵੇਚੋ। ਉਹ ਕੀ ਕਰਦੇ ਪਏ ਹੋ ਯਾਰ, ਕੀ ਕਰਦੇ ਪਏ ਹੋ, ਠੀਕ ਹੈ ਨਾ। ਪੜ੍ਹੇ ਲਿਖੇ ਨੌਜਵਾਨਾਂ ਨਾਲ ਇਹਦੇ ਨਾਲੋਂ ਚੰਗਾ ਤੁਸੀਂ ਇਹ ਇਤਿਹਾਸ ਕਰ ਦਿਓ, ਇਹ ਰੂਲ ਕਰ ਦਿਓ ਕਿ ਪੜ੍ਹੋ ਹੀ ਨਾ, ਉਹ ਨਾ ਪੜ੍ਹੋ। ਕਿਉਂ ਕਿਸੇ ਮਾਂ ਨੂੰ ਤੁਸੀਂ ਗਲਤ ਸੁਪਨੇ ਦਿਖਾਉਂਦੇ ਹੋ? ਨਾ ਪੜ੍ਹੋ, ਨਾ ਪੜ੍ਹਾਓ ਬੱਚਿਆਂ ਨੂੰ। ਆਪਣੇ ਤੁਸੀਂ ਇੰਸਟੀਚਿਊਟ ਖੋਲ ਕੇ ਲੋਕਾਂ ਦੇ ਘਰ ਭਰੀ ਜਾਂਦੇ ਹੋ, ਪ੍ਰਧਾਨਾਂ ਦੇ ਘਰੇ ਭਰੀ ਜਾਂਦੇ ਹੋ, ਠੀਕ ਹੈ ਨਾ। ਨਾ ਖੋਲੋ ਇੰਸਟੀਚਿਊਟ ਜੇ ਤੁਹਾਡੇ 'ਚ ਔਕਾਤ ਹੈ ਨਹੀਂ ਨੌਕਰੀ ਦੇਣ ਦੀ, ਔਰ ਨਹੀਂ ਔਕਾਤ ਹੈਗੀ ਤੁਹਾਡੇ 'ਚ ਨੌਕਰੀ ਦੇਣ ਦੀ, ਤਾਂ ਫਿਰ ਕਿਉਂ ਇੰਸਟੀਚਿਊਟ ਖੋਲਦੇ ਹੋ? ਕਿਹੜੀ ਗੱਲੋਂ ਖੋਲਦੇ ਇੰਸਟੀਚਿਊਟ? ਕਿਉਂ ਪੜ੍ਹਨ? ਕਿਉਂ ਉੱਥੇ ਐਡੇ ਮੋਟੀਆਂ ਰਕਮਾਂ ਲੈ ਕੇ, ਐਡੀਆਂ ਵੱਡੀਆਂ ਸਿਫਾਰਸ਼ਾਂ ਲੈ ਕੇ ਕਿਹੜੀ ਗੱਲੋਂ ਤੁਸੀਂ ਕਰਦੇ ਹੋ? ਬਾਕੀ ਸਭ ਹੋਲੀ ਮਨਾਉਂਦੇ ਪਏ ਸੀਗੇ। ਹੋਲੀ ਮਨਾਉਣ ਦੌਰਾਨ ਮੈਂ ਵੀ ਉਦੋਂ ਬਚਪਨ 'ਚ ਛੋਟਾ ਸੀਗਾ, ਠੀਕ ਹੈ, ਤੇ ਮੈਂ ਦੇਖੀ ਜਾਂਦਾ ਕਿ ਮੈਂ ਅੱਜ ਹੋਲੀ ਵਾਲੇ ਖੇਡਾਂਗੇ। ਲੇਕਿਨ ਮੇਰੀ ਮਾਂ ਸਿਰ ਤੇ ਝਰਨਾ ਚੁੱਕ ਕੇ, ਠੀਕ ਹੈ, ਫੈਕਟਰੀ ਵਿੱਚ ਜਾ ਰਹੀ ਹੈ ਕੰਮ ਕਰਨ ਲਈ। ਮੈਂ ਉਸ ਦਿਨ ਪਹਿਲੀ ਵਾਰ ਰੋਇਆ ਸੀਗਾ ਤੇ ਮੈਂ ਆਪਣੇ ਆਪ ਨਾਲ ਕਮਿਟਮੈਂਟ ਕੀਤੀ ਸੀਗੀ ਕਿ ਹਾਂ ਜਿਸ ਦਿਨ ਮੈਂ ਇਸ ਜੋਗਾ ਹੋ ਗਿਆ ਕਿ ਵੀ ਹਾਂ ਵੀ ਕੋਈ ਵੀ ਕੰਮ ਕਰਨ ਜੋਗਾ ਹੋ ਗਿਆ ਤੇ ਆਪਣੀ ਮਾਂ ਨੂੰ ਨਾ ਘਰੇ ਬਿਠਾ ਕੇ ਰੋਟੀਆਂ ਖਵਾਵਾਂਗਾ। ਤੇ ਅੱਜ ਕਰਦਾ ਵੀ ਉਹੀ ਪਿਆ ਵਾਂ, ਲੇਕਿਨ ਉਹ ਮਾਂ ਦੀ ਆਤਮਾ ਨੂੰ ਸ਼ਾਂਤੀ ਹੈ ਨਹੀਂ। ਮੈਂ ਆਪਣੀ ਮਾਂ ਨੂੰ ਵੀ ਹੱਥ ਜੋੜਦਾ ਵਾਂ, ਠੀਕ ਹੈ। ਮਾਂ ਮੇਰੀ ਕੋਈ ਗਲਤੀ ਨਹੀਂ, ਜਿੰਨਾ ਹੋ ਸਕਿਆ ਨਾ ਮੈਂ ਕੀਤਾ।
ਸਕੂਲ 'ਚ ਸਭ ਤੋਂ ਹੋਣਹਾਰ ਬੱਚਾ ਉਹ ਮੰਨਿਆ ਜਾਂਦਾ ਹੈ ਜਿਹੜਾ ਸਪੋਰਟਸ 'ਚ ਵੀ ਅੱਗੇ ਹੁੰਦਾ ਹੈ ਤੇ ਪੜ੍ਹਾਈ 'ਚ ਵੀ ਅੱਗੇ ਹੁੰਦਾ ਹੈ। ਟੀਚਰ ਸਾਹਿਬ ਕਹਿ ਦਿੰਦੇ ਆ ਵੀ ਆਹ ਬੱਚੇ ਦਾ ਫਿਊਚਰ ਆਉਣ ਵਾਲਾ ਬਹੁਤ ਬ੍ਰਾਈਟ ਹੋ ਸਕਦਾ ਹੈ। ਇਹੋ ਜਿਹੇ ਜਿਹੜੇ ਸਟੂਡੈਂਟਸ ਕਾਫੀ ਜਿਹੜੇ ਆ ਅੱਗੋਂ ਸਰਕਾਰੀ ਨੌਕਰੀਆਂ ਨੂੰ ਵੀ ਅਪਲਾਈ ਕਰਦੇ ਆ। ਪਰ ਅੱਜ ਤੁਹਾਨੂੰ ਦੱਸਦੀ ਅਸੀਂ ਫੀਲਡਾਂ 'ਚ ਮੌਜੂਦ ਹਾਂ। ਸਾਡੇ ਨਾਲ ਇੱਕ ਸ਼ਖਸ ਇਹੋ ਜਿਹਾ ਹੈ ਜਿਹਦਾ ਬੇਸਬਾਲ ਨੈਸ਼ਨਲ ਲੈਵਲ 'ਚ ਗੋਲਡ ਹੈ, ਸੌਫਟਬਾਲ 'ਚ ਵੀ ਜਿਹੜਾ ਹੈ ਗੋਲਡ ਹੈ, ਐਮਫਿਲ ਇਹਨਾਂ ਨੇ ਕੀਤੀ ਹੋਈ ਹੈ। ਪਰ ਅੱਜ ਕਿਸਮਤ ਦਾ ਖੇਡ ਕਹਿ ਸਕਦੇ ਹਾਂ ਵੀ ਇੱਥੇ ਜਿਹੜੀਆਂ ਨੇ ਇਹ ਚੱਪਲਾਂ ਵੇਚ ਰਹੇ ਨੇ। ਜ਼ਰੂਰ ਕੰਮ ਇਹਨੂੰ ਅਸੀਂ ਛੋਟਾ ਨਹੀਂ ਕਹਿੰਦੇ, ਵਧੀਆ ਕੰਮ ਹੈ, ਘਰ ਗੁਜ਼ਾਰਾ ਹੋ ਰਿਹਾ, ਆਪਣਾ ਰੋਟੀ ਪਾਣੀ ਸੋਹਣੀ ਚਲਾ ਰਿਹਾ ਹੈ। ਪਰ ਗੱਲ ਇਹ ਆਉਂਦੀ ਹੈ ਵੀ ਜਿੱਥੇ ਇੰਨੇ ਨੈਸ਼ਨਲ ਲੈਵਲ 'ਤੇ ਗੋਲਡ ਲਿੱਤਾ ਅਤੇ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਵੀ ਨਹੀਂ ਮਿਲੀ, ਜਿੱਥੇ ਇਹਨਾਂ ਨੇ ਐਮਫਿਲ ਕੀਤੀ ਕਿ ਇਹਨਾਂ ਨੂੰ ਕੋਈ ਉੱਥੇ ਜੋਬ ਵੀ ਨਹੀਂ ਮਿਲੀ। ਹੁਣ ਅਸੀਂ ਸਤੀਸ਼, ਪਹਿਲਾਂ ਤਾਂ ਦੱਸ ਦਈਏ ਵੀ ਇਹਨਾਂ ਦਾ ਨਾਮ ਹੈ ਸਤੀਸ਼ ਕੁਮਾਰ। ਹੁਣ ਅਸੀਂ ਸਤੀਸ਼ ਕੁਮਾਰ ਜੀ ਨਾਲ ਗੱਲਬਾਤ ਕਰਦੇ ਹਾਂ ਵੀ ਕਿੱਦਾਂ ਦਾ ਸਫ਼ਰ ਰਿਹਾ, ਕਿੱਥੋਂ ਪੜ੍ਹਾਈ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ, ਪੜ੍ਹਾਈ ਤੋਂ ਬਾਅਦ ਜਿਹੜੇ ਇਹ ਕੰਮ ਨੂੰ ਕਿੱਦਾਂ ਜਿਹੜੇ ਹੈ ਲੱਗੇ। ਸਤੀਸ਼ ਕੁਮਾਰ ਜੀ, ਪਹਿਲਾਂ ਤਾਂ ਲੋਕਾਂ ਨੂੰ ਆਪਣੀ ਕੁਆਲੀਫਿਕੇਸ਼ਨ ਬਾਰੇ ਤੇ ਆਪਣੇ ਜਿਹੜੇ ਤੁਸੀਂ ਮੈਡਲਸ ਜਿੱਤੇ ਆ ਉਹਨਾਂ ਬਾਰੇ ਜਿਹੜਾ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦਿਓ। ਮੈਂ ਦੋਸਤੋ, ਜ਼ਿੰਦਗੀ ਦਾ ਸਫ਼ਰ ਬੜਾ ਔਖਾ ਰਿਹਾ, ਲੇਕਿਨ ਇੰਨਾ ਵੀ ਨਹੀਂ ਔਖਾ ਰਿਹਾ ਕਿਉਂਕਿ ਮਾਂ ਦਾ ਆਸ਼ੀਰਵਾਦ ਸੀ ਮੇਰੇ ਸਿਰ ਦੇ ਉੱਤੇ। ਸਿਰ 'ਤੇ ਪਿਓ ਦਾ ਸਾਇਆ ਨਹੀਂ ਸੀ, ਕੈਂਸਰ ਦੀ ਵਜ੍ਹਾ ਨਾਲ ਉਹਨਾਂ ਦੀ ਡੈਥ ਹੋ ਗਈ ਸੀ। ਲੇਕਿਨ ਮੇਰੀ ਮਾਂ ਨੇ ਹਿੰਮਤ ਨਹੀਂ ਸੀ ਹਾਰੀ। ਦਿਹਾੜੀ ਮਜ਼ਦੂਰੀ ਕਰਕੇ ਉਹਨਾਂ ਨੇ ਮੈਨੂੰ ਪੜ੍ਹਾਉਣ ਦੀ ਇੱਕ ਮੇਰੇ ਦਿਲ ਦੇ ਵਿੱਚ ਮੋਟੀਵੇਸ਼ਨ ਪੈਦਾ ਕੀਤੀ ਤੇ ਮਾਂ ਦਾ ਸੁਪਨਾ ਸੀਗਾ ਕਿ ਸ਼ਾਇਦ ਪੜ੍ਹ ਲਿਖ ਕੇ ਮੇਰਾ ਬੱਚਾ ਕਾਮਯਾਬ ਹੋ ਸਕਦਾ ਆ ਤੇ ਮੈਂ ਵੀ ਇਸ ਸੱਚ ਨੂੰ ਮੰਨਦਾ ਸੀਗਾ। ਸ਼ੁਰੂਆਤੀ ਦੌਰ ਦੇ ਵਿੱਚ ਘਰ ਦੇ ਹਾਲਾਤ ਠੀਕ ਨਹੀਂ ਸੀਗੇ, ਘਰ ਮੇਰਾ ਕਿਰਾਏ ਤੇ ਸੀ, ਤਾਂ ਮੈਂ ਸਟਾਰਟਿੰਗ ਦੇ ਵਿੱਚ ਚਾਹ ਵੇਚਦਾ ਸੀ ਰਾਮਲੀਲਾ ਦੇ ਵਿੱਚ। ਤੇ ਉੱਥੇ ਹੀ ਮੈਨੂੰ ਕੁਝ ਆਰਟਿਸਟ ਨੂੰ ਦੇਖ ਕੇ ਐਕਟਿੰਗ ਦਾ ਸ਼ੌਕ ਜਾਗਿਆ ਤੇ ਜਦ ਮੈਂ ਰਾਮਗੜੀਆ ਸਕੂਲ ਦੇ ਵਿੱਚ ਪੜ੍ਹਦਾ ਸੀਗਾ ਤੇ ਨੈਸ਼ਨਲ ਲੈਵਲ ਤੇ ਆਲ ਇੰਡੀਆ ਕੰਪੀਟੀਸ਼ਨ ਦੇ ਵਿੱਚ ਬਰਨਾਲਾ ਦੇ ਵਿੱਚ ਬੈਸਟ ਐਕਟਰ ਦਾ ਅਵਾਰਡ ਮੈਂ ਜਿੱਤਿਆ। ਉਸ ਤੋਂ ਇਲਾਵਾ ਜਿਹੜੇ ਕੰਮ ਦੀ ਫੀਲਡ ਦੇ ਵਿੱਚ ਆਈਏ ਤੇ ਮੈਂ 5 ਰੁਪਏ ਰੋਜ਼ ਦੀ ਦਿਹਾੜੀ ਤੇ ਹਾਫ ਟਾਈਮ ਸਕੂਲ ਜਾਂਦਾ ਸੀ, ਹਾਫ ਟਾਈਮ ਮੈਂ ਕੰਮ ਕਰਦਾ ਸੀ ਤੇ ਬੱਗਾ ਪੈਡਲ ਸੀ, ਉੱਥੇ ਮੈਂ 5 ਰੁਪਏ ਦਿਹਾੜੀ ਤੇ ਬੱਗਾ ਪੈਡਲ ਬਣਾਉਂਦਾ ਹੁੰਦਾ ਸੀਗਾ। ਉਸ ਤੋਂ ਬਾਅਦ ਥਾਨ ਸਿੰਘ ਗੇਰਾ ਤੇ ਮੈਂ ਸਪੋਰਟਸ ਜਿਹੜੇ ਆਪਣਾ ਸਾਈਕਲ ਪਾਰਟਸ ਦੀ ਦੁਕਾਨ ਸੀ, ਉੱਥੇ ਵੀ ਮੈਂ ਕੰਮ ਕਰਦਾ ਰਿਹਾ। ਇੱਥੇ ਖੁਰਾਨਾ ਬੁੱਕ ਸ਼ਾਪ ਡਿਪੂ ਹੈ ਇਸੇ ਰੋਡ ਦੇ ਉੱਤੇ, ਉੱਥੇ ਵੀ ਮੈਂ ਕੰਮ ਕਰਦਾ ਰਿਹਾ। ਅਮਨ ਕਾਰ ਬਾਜ਼ਾਰ ਹੈ, ਉੱਥੇ ਵੀ ਮੈਂ ਕਾਰਾਂ ਸਾਫ਼ ਕਰਦਾ ਰਿਹਾ। ਇਹ ਜਿਹੜਾ ਦੌਰ ਹੈ ਕੰਮ ਦਾ ਮੇਰਾ ਚੱਲਦਾ ਗਿਆ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਐਂਟਰੀ ਆ ਗੇਮਾਂ ਦੇ ਵਿੱਚ ਹੁੰਦੀ ਆ ਤੇ ਖੇਡਾਂ ਦੇ ਵਿੱਚ ਸ਼੍ਰੀ ਪ੍ਰਾਨਨਾਥ ਪਾਸੀ ਨੇ ਮੇਰੇ ਹੁਨਰ ਨੂੰ ਪਛਾਣਿਆ ਤੇ ਮੈਨੂੰ ਖੇਡਾਂ ਦੇ ਵਿੱਚ ਪਹਿਲਾਂ ਤਾਂ ਖੇਡਦਾ ਸੀ, ਇਕੱਲਾ ਖੇਡ ਦੇ ਵਿੱਚ ਬਸ ਰੁਚੀ ਹੋਣ ਦੇ ਕਰਕੇ ਖੇਡਦਾ ਸੀ। ਲੇਕਿਨ ਉਹਨਾਂ ਨੇ ਜਦ ਦੇਖਿਆ ਕਿ ਮੇਰੇ 'ਚ ਕਾਬਲੀਅਤ ਤੇ ਕੋਚ ਦੀ ਵੀ ਆ ਤੇ ਮੈਨੂੰ ਉਹਨਾਂ ਨੇ ਕੋਚਿੰਗ ਦੇ ਵਿੱਚ ਪਾਇਆ ਤੇ ਉਸ ਤੋਂ ਬਾਅਦ ਲਾਈਫ ਸੁਧਰਨੀ ਸ਼ੁਰੂ ਹੋ ਗਈ। ਜਦ ਮੈਂ ਕੋਚਿੰਗ ਕਰਦਾ ਸੀਗਾ ਤੇ ਬੱਚਿਆਂ ਨੂੰ ਬਹੁਤ ਸਾਰੀ ਮੋਟੀਵੇਸ਼ਨ ਦਿੰਦਾ ਸੀਗਾ, ਬਹੁਤ ਸਾਰੇ ਸਕੂਲ ਕਾਲਜਾਂ ਦੇ ਵਿੱਚ ਵੀ ਤੇ ਪੰਜਾਬ ਲੈਵਲ ਤੇ ਮੈਂ ਮੇਰੇ ਕੋਚਿਸ ਜਾਂ ਫਿਰ ਮੇਰੇ ਬੱਚੇ ਜਾਣਦੇ ਜਿਨ੍ਹਾਂ ਨੂੰ ਮੈਂ ਮੈਡਲ ਜਿੱਤਣ ਲਈ ਪ੍ਰਮੋਟ ਕੀਤਾ, ਮੋਟੀਵੇਸ਼ਨ ਦਿੱਤੀ। ਉਸ ਤੋਂ ਬਾਅਦ ਕਈ ਵਾਰ ਇਹੋ ਜਿਹਾ ਹੁੰਦਾ ਸੀਗਾ ਕਿ ਵੀ ਮੇਰੇ ਕੋਲ ਗਾਂ ਐਡਮਿਸ਼ਨ ਲਈ ਪੈਸੇ ਨਹੀਂ ਹੁੰਦੇ ਸੀ। ਜਦ ਮੈਂ ਗਵਰਨਮੈਂਟ ਕਾਲਜ ਦੇ ਵਿੱਚ +2 ਪਾਸ ਕਰਨ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਵਿੱਚ ਗਿਆ ਤੇ ਮੈਂ ਰੋਂਦਾ ਹੋਇਆ ਵਾਪਸ ਆਇਆ ਸੀਗਾ। ਕਾਰਨ ਕੀ ਸੀਗਾ ਕਿ ਮੇਰੇ ਫੀਸ ਦੇ ਪੂਰੇ ਪੈਸੇ ਨਹੀਂ ਸੀਗੇ ਤੇ ਮੈਂ ਰੋਂਦੇ ਨਹਿਰੋਂ ਨਹਿਰ ਟੱਪਦਾ ਹੋਇਆ ਮੈਂ ITI ਪਹੁੰਚਿਆ। ਉੱਥੇ ਮੈਂ ਇੱਕ ਟੀਚਰ ਮੈਨੂੰ ਮਿਲੇ ਤੇ ਮੈਂ ਉੱਥੇ ITI ਕੀਤੀ। ITI ਕਰਨ ਤੋਂ ਬਾਅਦ ਮੇਰੇ ਪ੍ਰਭਜੋਤ ਮੈਡਮ ਸੀ ਗਵਰਨਮੈਂਟ ਕਾਲਜ ਦੇ ਤੇ ਉਹਨਾਂ ਨੇ ਮੈਨੂੰ ਸੁਨੇਹਾ ਲਾਇਆ ਕਿ ਵੀ ਬੇਟਾ ਤੂੰ ਆ ਜਾ ਇੱਥੇ, ਮੈਂ ਤੇਰੀ ਐਡਮਿਸ਼ਨ ਬਾਰੇ ਗੱਲ ਕਰਦੀ ਹਾਂ ਪ੍ਰਿੰਸੀਪਲ ਸਾਹਿਬ ਨਾਲ। ਪਹਿਲੇ ਤਾਂ ਅੜਚਨ ਇਹ ਲੱਗਦੀ ਰਹੀ ਕਿ 1 ਸਾਲ ਦੇ ਗੈਪ ਦੇ ਕਾਰਨ ਤੇਰੀ ਐਡਮਿਸ਼ਨ ਨਹੀਂ ਹੋ ਸਕਦੀ, ਲੇਕਿਨ ਫਿਰ ਵੀ ਗਵਰਨਮੈਂਟ ਕਾਲਜ ਦੀ ਦਰਿਆਦਰੀ ਦੇ ਕਰਕੇ ਮੈਨੂੰ ਐਡਮਿਸ਼ਨ ਮਿਲੀ। ਉਸ ਤੋਂ ਬਾਅਦ ਮੈਂ ਲਗਾਤਾਰ ਇੰਟਰ ਕਾਲਜ ਦੇ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ। ਉਸ ਤੋਂ ਬਾਅਦ ਫਿਰ ਮੈਨੂੰ ਇੱਕ GND ਯੂਨੀਵਰਸਿਟੀ ਦੇ ਵਿੱਚ BPEd ਤੇ MPEd ਕਰਨ ਦਾ ਮੌਕਾ ਮਿਲਿਆ। ਉੱਥੇ ਡਾਕਟਰ ਸੁਖਦੇਵ ਸਿੰਘ ਸੀਗੇ ਜੋ ਕਿ ਮੇਰੇ ਹੈੱਡ ਆਫ ਡਿਪਾਰਟਮੈਂਟ ਸੀਗੇ, ਹੁਣ ਡਾਇਰੈਕਟਰ ਆਫ ਸਪੋਰਟਸ ਨੇ। ਉਹਨਾਂ ਨੇ ਮੈਨੂੰ ਇੰਨੀ ਮੋਟੀਵੇਸ਼ਨ ਦਿੱਤੀ, ਮੇਰੇ 'ਚ ਇੱਕ ਜਜ਼ਬਾ ਭਰਤਾ ਕਿ ਹਾਂ ਤੂੰ ਕੁਝ ਕਰ ਸਕਦਾ ਆ ਤੇ ਉਹਨਾਂ ਨੇ ਦਿੱਤੀ ਹੋਈ ਮੋਟੀਵੇਸ਼ਨ ਤੇ ਮਾਂ ਦਾ ਆਸ਼ੀਰਵਾਦ। ਜਦ ਮੈਂ ਮੇਰੇ ਹੈੱਡ ਆਫ ਦਾ ਡਿਪਾਰਟਮੈਂਟ
ਮੈਨੂੰ ਕਹਿੰਦੇ ਸੀ ਪੁੱਤ ਤੂੰ ਕੁਝ ਕਰ ਸਕਦਾ ਵਾ, ਤੇ ਉਹਨਾਂ ਨੇ ਮੈਨੂੰ ਕੰਮ ਕਰਨ ਦੀ ਇਜਾਜ਼ਤ ਵੀ ਦਿੱਤੀ। ਮੈਂ ਕੰਮ ਵੀ ਕਰਦਾ ਸੀ, ਨਾਲ ਪੜ੍ਹਦਾ ਵੀ ਸੀਗਾ। ਮੈਂ ਹਲੇ ਸਿਲਸਿਲਾ ਤੁਹਾਨੂੰ ਛੋਟੇ ਜਿਹੇ ਟਾਈਮ ਦੇ ਵਿੱਚ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਇੰਨੀਆਂ ਗੱਲਾਂ ਨਹੀਂ ਦੱਸ ਸਕਦਾ ਜਿੰਨੀਆਂ ਕਿ ਵੀ ਮਤਲਬ ਹੋਰ ਹੋ ਸਕਦੀਆਂ ਸੀ। ਹੁਣ ਮਨ ਭਰਦਾ ਆਂਦਾ ਆ ਕਿ ਐਮਫਿਲ ਤੱਕ ਮੈਂ ਕੀਤੀ, ਉਸ ਤੋਂ ਬਾਅਦ ਬੱਚਿਆਂ ਨੂੰ ਕੋਚਿੰਗ ਵੀ ਦਿੱਤੀ ਤੇ ਫਿਰ ਪੜ੍ਹਾਇਆ ਵੀ, ਨੈਸ਼ਨਲ ਵਿੱਚ 골ਡ ਮੈਡਲ ਲਿੱਤਾ, ਆਲ ਇੰਡੀਆ ਯੂਨੀਵਰਸਿਟੀ ਵਿੱਚ 골ਡ ਮੈਡਲ ਲਿੱਤਾ। ਠੀਕ ਹੈ, ਮੈਨੂੰ ਇਹ ਵੀ ਨਹੀਂ ਗੁੱਸਾ ਗਿਲਾ ਹੈਗਾ ਕਿ ਮੈਂ ਜੁੱਤੇ ਵੇਚਦਾ ਪਿਆ। ਮੈਨੂੰ ਜੁੱਤੇ ਵੇਚਣ ਤੋਂ ਕੋਈ ਨਹੀਂ ਹੈਗਾ, ਕਿਉਂਕਿ ਕੰਮ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ। ਮੈਂ ਇਹ ਤੋਂ ਰੁਜ਼ਗਾਰ ਤੋਂ ਮੈਂ ਰੋਟੀ ਖਾ ਰਿਹਾ ਵਾਂ, ਮੇਰੇ ਪਰਿਵਾਰ ਨੂੰ ਪਾਲ ਰਿਹਾ ਵਾਂ। ਮੈਂ ਕੰਮ ਨੂੰ ਮਾੜਾ ਨਹੀਂ ਕਹਿੰਦਾ, ਲੇਕਿਨ ਮੈਨੂੰ ਇਹ ਆ ਮੇਰੀ ਸਰਕਾਰਾਂ ਤੋਂ ਜਾਂ ਫਿਰ ਸੈਂਟਰ ਸਰਕਾਰਾਂ ਤੋਂ ਇਹ ਗਿਲਾ ਸ਼ਿਕਵਾ ਜ਼ਰੂਰ ਹੈ ਕਿ ਵੀ ਜਿਹੜੇ ਬੱਚੇ ਮੇਰੇ ਮਹੱਲੇ ਦੇ ਜਾਂ ਫਿਰ ਮੇਰੇ ਹੋਰ ਜਿਹੜੇ ਸਟੂਡੈਂਟ ਹੈ ਮੈਨੂੰ ਦੇਖ ਕੇ ਮੋਟੀਵੇਸ਼ਨ ਲੈਂਦੇ ਸੀ ਕਿ ਵੀ ਹਾਂ ਅਸੀਂ ਸਰ ਵਾਂਗਣ ਬਣਨਾ ਆ, ਤੇ ਕੀ ਅੱਜ ਮੇਰਾ ਦਿਲ ਕਰਦਾ ਹੋਊਗਾ ਕਿ ਵੀ ਹਾਂ ਉਹ ਬੱਚੇ ਮੇਰੇ ਵਾਂਗਣ ਬਣਨ? ਨਹੀਂ, ਮੈਂ ਚਾਹੁੰਦਾ ਵਾਂ ਕਿ ਵੀ ਹਾਂ ਵੀ ਉਹਨਾਂ ਨੂੰ ਉਹਦਾ ਹੱਕ ਮਿਲੇ। ਮੈਂ ਇਸ ਕੰਮ ਤੋਂ ਠੀਕ ਆ, ਮੈਂ ਖੁਸ਼ ਹਾਂ। ਠੀਕ ਆ, ਮੈਂ ਤੇ ਚੱਪਲਾਂ ਜੁੱਤੀਆਂ ਵੇਚ ਕੇ ਮੈਂ ਖੁਸ਼ ਹਾਂ, ਇਸ ਕੰਮ ਨੂੰ ਨਹੀਂ ਮੈਂ ਭੰਡਾਂਗਾ, ਖੁਸ਼ ਹਾਂ ਮੈਂ। ਪਰ ਮੇਰਾ ਇੱਕ ਜਿਗਰਾ ਜਿਹੜਾ ਮੇਰੇ ਬੱਚਿਆਂ ਲਈ ਆਸ਼ੀਰਵਾਦ ਦੇ ਰਿਹਾ ਆ, ਮੇਰਾ ਪਿਆਰ ਆ ਜਿਹੜੇ ਮੇਰੇ ਬੱਚਿਆਂ ਲਈ, ਸਟੂਡੈਂਟਸ ਲਈ, ਉਹਨਾਂ ਦਾ ਹੱਕ ਨਹੀਂ ਮਿਲਿਆ ਉਹਨਾਂ ਨੂੰ। ਕੀ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਣਾ ਚਾਹੀਦਾ ਸੀਗਾ? ਅੱਜ ਕਿੰਨੇ ਹੀ ਪਲੇਅਰਸ, ਵਰਲਡ ਕੱਪ ਖੇਡੇ ਹੋਏ ਪਲੇਅਰਸ, ਨੈਸ਼ਨਲ ਲੈਵਲ ਦੇ ਪਲੇਅਰ ਅੱਜ ਵਿਹਲੇ ਘੁੰਮਦੇ ਨੇ। ਕੋਈ ਕੱਪੜੇ ਦੀ ਦੁਕਾਨ ਤੇ ਕੰਮ ਕਰ ਰਿਹਾ ਆ, ਕੋਈ ਆਪਣਾ ਮੇਰੇ ਵਾਂਗ ਜੁੱਤੀਆਂ ਦਾ ਕੰਮ ਕਰ ਰਿਹਾ ਆ, ਕੋਈ ਟੈਕਸੀ ਚਲਾ ਰਿਹਾ। ਵਾਟ ਇਜ਼ ਦਿਸ? ਠੀਕ ਹੈ ਨਾ, ਕਿ ਇਹ ਸਿਸਟਮ ਹੈ ਸਾਡਾ, ਇਹ ਕਾਨੂੰਨ ਹੈ ਸਾਡਾ। ਠੀਕ ਹੈ ਨਾ, ਮੈਨੂੰ ਵੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਹੋਈ ਮੇਰੀ। ਠੀਕ ਹੈ, ਮੇਰਾ ਸਬ ਇੰਸਪੈਕਟਰ ਦੀ ਮੇਰੀ ਸਿਲੈਕਸ਼ਨ ਹੋਈ, ਲੇਕਿਨ ਉਹ ਜਿਹੜੀ ਸਿਲੈਕਸ਼ਨ ਆ ਜਿਹੜੀ ਇੱਕ ਲਿਖਤੀ ਤੌਰ ਤੇ ਕੁਝ ਨਾ ਕੁਝ ਮਤਲਬ ਸਿਸਟਮ ਇੰਨਾ ਬੈਡ ਹੋਇਆ ਪਿਆ ਵਾ। ਕੋਰਟ ਵਿੱਚ ਕੇਸ ਲੱਗਿਆ ਹੋਇਆ ਵਾ, ਕੇਸਾਂ ਦੇ ਵਿੱਚ ਤਾਰੀਖ ਤੇ ਤਾਰੀਖ। ਠੀਕ ਹੈ ਨਾ, ਉਹੀ ਮਿਲਦੀਆਂ ਰਹੀਆਂ। ਮੈਂ ਦੋਸਤੋ ਤੁਹਾਨੂੰ ਆਪਣੇ ਜ਼ਿੰਦਗੀ ਦੇ ਸਫ਼ਰ ਦੀ ਨਾ ਮੈਂ ਕਹਾਣੀ ਨਾ ਮਤਲਬ ਇਹ ਛੋਟੇ ਜਿਹੇ ਇੰਟਰਵਿਊ ਵਿੱਚ ਨਹੀਂ ਦੱਸ ਸਕਦਾ। ਮੇਰੀ ਜ਼ਿੰਦਗੀ ਰਹੀ, ਠੀਕ ਹੈ, ਹਾਲੇ ਤਾਂ ਮੈਂ ਮਿਹਨਤ ਕਰਦਾ ਪਿਆ ਵਾਂ। ਮੇਰੀ ਜ਼ਿੰਦਗੀ ਰਹੀ ਤਾਂ ਮੈਂ ਇੱਕ ਬੁੱਕ ਪਬਲਿਸ਼ ਕਰਾਂਗਾ, ਇੱਕ ਬੁੱਕ ਲਿਖਾਂਗਾ। ਮੇਰੇ ਖਿਆਲ ਨਾਲ ਇੱਕ ਕਿਤਾਬ ਦੇ ਨਾਲ ਵੀ ਉਹਦੇ ਵਿੱਚ ਪੂਰੇ ਪੰਨੇ ਨਹੀਂ ਆ ਸਕਦੇ। ਜਿਹੜੀ ਕਿਤਾਬ ਦੇ ਵਿੱਚ ਮੈਂ ਲਿਖਣੀ ਆ, ਉਸ ਕਿਤਾਬ ਨੂੰ ਮੈਂ ਲਿਖ ਕੇ ਇੱਕ ਬੱਚਿਆਂ ਨੂੰ ਮੋਟੀਵੇਸ਼ਨ ਦੇਵਾਂਗਾ ਕਿ ਵੀ ਹਾਂ ਮੇਰੇ ਬੱਚੇ ਜਾਂ ਫਿਰ ਮੇਰੇ ਜਿਹੜੇ ਸਟੂਡੈਂਟਸ ਹੈਗੇ ਆ, ਮੇਰੀ ਕੁੜੀਆਂ, ਮੇਰੇ ਸਟੂਡੈਂਟ ਜਿਹੜੇ ਹੋਰ ਬੱਚੇ ਹੈਗੇ ਆ, ਉਹਨਾਂ ਨੂੰ ਮੋਟੀਵੇਸ਼ਨ ਦੇਵਾਂ कि हाँ किसी भी कम तो हार ना मनो, खुद ही को कर बुलंद इतना कि हर तकदीर से पहले खुदा बंदे से खुद पूछे बता तेरी रज़ा क्या है। ਤਾਂ ਮੈਂ ਮੇਰੇ ਦੋਸਤੋ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਵਾਂ, ਕੰਮ ਕੋਈ ਮਾੜਾ ਨਹੀਂ, ਲੇਕਿਨ ਸਾਡੀਆਂ ਸਰਕਾਰਾਂ ਜ਼ਰੂਰ ਮਾੜੀਆਂ ਨੇ ਜਿਹੜੀਆਂ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਦੇ ਕਹਿੰਦੇ ਨੇ ਪਕੌੜੇ ਤਲੋ। ਓਏ ਪਕੌੜੇ ਵੇਚਣ ਲਈ ਵੀ ਤਾਂ ਪੈਸੇ ਚਾਹੀਦੇ ਨੇ। ਠੀਕ ਹੈ ਨਾ, ਕਦੇ ਕਹਿੰਦੇ ਨੇ ਘਰ ਘਰ ਨੌਕਰੀ ਦੇਵਾਂਗੇ ਤੁਹਾਨੂੰ, ਇਹ ਕਹਿ ਕੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਝੂਠੀਆਂ ਸਹੁੰਆਂ ਖਾ ਕੇ ਤੁਸੀਂ ਸਰਕਾਰਾਂ ਦੇ ਵਿੱਚ ਆ ਜਾਂਦੇ ਹੋ। ਮੇਰੀ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਯਾਰ ਕਿੱਡੇ ਯਾਰ ਤੁਸੀਂ ਜਲੀਲ ਬੰਦੇ ਹੋ ਯਾਰ। ਠੀਕ ਹੈ ਨਾ, ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਸਰਕਾਰਾਂ ਨੂੰ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਫੜੀਆਂ ਤੇ ਯਾਰ ਜੁੱਤੇ ਵੇਚੀ ਜਾਂਦੇ ਆ। ਔਰ ਕਿੰਨੇ ਕੁ ਇਹੋ ਜਿਹੇ ਹੈਗੇ ਆ, ਮੈਂ ਤੁਹਾਨੂੰ ਆਪਣੀ ਦੱਸਾਂ ਕਿਹੜੀ ਕਮੀ ਆ ਮੇਰੇ ਦੇ ਵਿੱਚ, ਉਹ ਮੈਨੂੰ ਦੱਸੋ। ਨੈਸ਼ਨਲ ਲੈਵਲ ਤੇ 골ਡ ਮੈਡਲਿਸਟ, ਆਲ ਇੰਡੀਆ ਇੰਟਰਵਰਸਿਟੀ ਵਿੱਚ ਮੈਂ ਤੁਹਾਨੂੰ ਦੱਸਾਂ ਮੈਂ ਬੈਸਟ ਐਕਟਰ ਰਿਹਾ ਵਾਂ, ਐਨਸੀਸੀ ਵਿੱਚ ਬੈਸਟ ਕੈਂਪਰ ਰਿਹਾ ਵਾਂ, ਐਨਐਸਐਸ ਵਿੱਚ ਬੈਸਟ ਵਲੰਟੀਅਰ ਰਿਹਾ ਵਾਂ। ਹੋਰ ਮੈਂ ਤੁਹਾਨੂੰ ਕਿੰਨੇ ਕੁ ਅਵਾਰਡ ਮੈਂ ਗਿਣਾਵਾਂ। ਮੇਰੇ ਘਰ ਦੇਖੋ, ਮੇਰੇ ਸਕੂਲ ਦੇਖੋ, ਯੂਨੀਵਰਸਿਟੀ ਦੇਖੋ ਜਾਂ ਫਿਰ ਮੇਰੇ ਕਾਲਜ ਦੇਖੋ, ਮੈਂ ਮੈਡਲਾਂ ਨਾਲ ਭਰੇ ਹੋਏ ਆ। ਲੇਕਿਨ ਅੱਜ ਮੇਰੀ ਮਾਂ ਦੇ ਅੱਖਾਂ ਦੇ ਵਿੱਚ ਹੰਝੂ ਆ। ਕਿਹੜੀ ਗੱਲੋਂ ਮੇਰੀ ਮਾਂ ਦੇ ਅੱਖਾਂ ਵਿੱਚ ਹੰਝੂ? ਮਾਂ ਨੇ ਪੇਟ ਕੱਟ ਕੇ ਪੜਾਇਆ ਤੇ ਤੁਸੀਂ ਪੂਰਾ ਉਹਦਾ ਵੀ ਕਹਿ ਸਕਦੇ ਹੋ ਵੀ ਜਿੱਦਾਂ ਉਹਨਾਂ ਦੇ ਖੜੇ ਉਤਰੇ, ਜੋ ਚਾਹੁੰਦੇ ਸੀ ਪੂਰਾ ਕੀਤਾ। ਪੜ੍ਹਾਈ 'ਚ ਵੀ ਅਵਲ ਰਹੇ, ਸਪੋਰਟਸ 'ਚ ਵੀ ਅਵਲ ਰਹੇ। ਪਰ ਅੱਜ ਜਦੋਂ ਮਾਂ ਇੱਥੇ ਦੇਖਦੀ ਹੈ ਤਾਂ ਮਾਂ ਕਿੱਦਾਂ ਦਾ ਸੋਚਦੀ ਹੈ ਵੀ ਮੈਂ ਆਪਣੇ ਪੁੱਤਰ ਨੂੰ ਇਸ ਲਈ ਪੜ੍ਹਾਇਆ ਸੀ? ਯਾਰ ਮੇਰੀ ਮਾਂ ਨਾ ਸੋ ਨਹੀਂ ਪਾਉਂਦੀ, ਰੋਂਦੀ ਆ। ਮੈਨੂੰ ਆਪਣਾ ਦੁੱਖ ਨਹੀਂ ਹੈਗਾ। ਆ ਦੇਖੋ ਦੋ ਰੰਗ ਮੇਰੇ ਚਿਹਰੇ ਦੇ ਤੇ ਮੇਰੇ ਸਰੀਰ ਦੇ। ਮਿਹਨਤ ਕਰਨ ਤੋਂ ਨਹੀਂ ਘਬਰਾਉਂਦਾ, ਮਿਹਨਤ ਤੋਂ ਨਹੀਂ ਡਰਦਾ। ਲੇਕਿਨ ਜਿਹੜੀ ਮੇਰੀ ਮਾਂ ਦਾ ਦਿਲ ਦਿਖਾਇਆ ਨਾ, ਇਹ ਹਿੰਦੁਸਤਾਨ ਦੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ, ਬਾਏ ਗਾਡ ਦਿਲ ਬਹੁਤ ਦੁਖਦਾ ਆ ਯਾਰ। ਛੱਡੋ ਇੰਟਰਵਿਊ ਇਹਨਾਂ ਨਾਲ ਕੁਝ ਨਹੀਂ ਬਣਨਾ, ਕਿਸੇ ਨੇ ਨਹੀਂ ਸੁਣਨੀ। ਦੇਖ ਕੇ ਅੱਜ ਯਾਰ ਕਿੰਨੇ ਹੀ ਬੱਚੇ ਇਹੋ ਜਿਹੇ ਹੈਗੇ ਆ ਜਿਹੜੇ ਕਿ ਮੇਰੇ ਵਾਂਗ ਰੁਲਦੇ ਫਿਰਦੇ ਆ। ਠੀਕ ਹੈ ਨਾ, ਮੈਨੂੰ ਤਾਂ ਇਹ ਆ ਯਾਰ ਕਿ ਵੀ ਹਾਂ ਯਾਰ ਜੇ ਤੁਸੀਂ ਮੇਰੇ ਲਈ ਕੁਝ ਨਹੀਂ ਨਾ ਕਰ ਸਕਦੇ, ਠੀਕ ਹੈ ਨਾ, ਹੋਰ ਬੱਚਿਆਂ ਲਈ ਕਰੋ ਯਾਰ।
ਠੀਕ ਆ, ਕੋਈ ਕਮੀ ਤਾਂ ਦੱਸੋ ਯਾਰ, ਠੀਕ ਹੈ ਨਾ। ਆਪਣੇ ਵੱਲੋਂ ਯਾਰ ਮੇਰਾ ਬਲੱਡ ਟੈਸਟ ਕਰਾਓ ਯਾਰ। ਅੱਜ ਤੱਕ ਦਾਰੂ ਤੱਕ ਕਿਸੇ ਵੀ ਨਸ਼ੇ ਦੇ ਯਾਰ ਇੱਕ ਮੈਂ ਨਸ਼ੇ ਦਾ ਇੱਕ ਨਾ ਕੀ ਕਹਿੰਦੇ ਜਿਹੜਾ ਤੁਪਕਾ ਤੱਕ ਨਹੀਂ ਪੀਤਾ ਯਾਰ। ਆਪਣੇ ਵੱਲੋਂ ਪੂਰਾ ਐਫਰਟ ਕੀਤਾ, ਠੀਕ ਹੈ ਨਾ। ਮੇਰੀ ਮਾਂ ਅੱਜ ਮੈਂ ਬਸ ਆਪਣੀ ਮਾਂ ਕਰਕੇ ਬਹੁਤ ਦੁਖੀ ਆ। ਕਾਰਨ ਕੀ ਹੈ ਕਿ ਮੈਂ ਦੁਖੀ ਇਸ ਕਰਕੇ ਹੈ ਕਿ ਵੀ ਹਾਂ ਵੀ ਮੈਂ ਆਪਣੇ ਪੁੱਤ ਨੂੰ ਦਿਹਾੜੀ ਮਜ਼ਦੂਰੀ ਕਰਕੇ, ਠੀਕ ਹੈ ਨਾ। ਮੈਂ ਇੱਕ ਤੁਹਾਨੂੰ ਹੋਲੀ ਦਾ ਹਾਦਸਾ ਦੱਸਦਾ। ਮੈਂ ਪਹਿਲੀ ਵਾਰ ਆਪਣੀ ਮਾਂ ਕਰਕੇ ਕਦੋਂ ਰੋਇਆ ਸੀਗਾ, ਇਸ ਕਿ ਮੇਰੀ ਮਾਂ ਬਾਕੀ ਸਭ ਹੋਲੀ ਮਨਾਉਂਦੇ ਪਏ ਸੀਗੇ। ਹੋਲੀ ਮਨਾਉਣ ਦੌਰਾਨ ਮੈਂ ਵੀ ਉਦੋਂ ਬਚਪਨ 'ਚ ਛੋਟਾ ਸੀਗਾ, ਠੀਕ ਹੈ, ਤੇ ਮੈਂ ਦੇਖੀ ਜਾਂਦਾ ਸੀ ਕਿ ਮੈਂ ਅੱਜ ਹੋਲੀ ਵਾਲੇ ਖੇਡਾਂਗੇ। ਲੇਕਿਨ ਮੇਰੀ ਮਾਂ ਸਿਰ ਤੇ ਝਰਨਾ ਚੁੱਕ ਕੇ, ਠੀਕ ਹੈ, ਫੈਕਟਰੀ ਵਿੱਚ ਜਾ ਰਹੀ ਹੈ ਕੰਮ ਕਰਨ ਲਈ। ਮੈਂ ਉਸ ਦਿਨ ਪਹਿਲੀ ਵਾਰ ਰੋਇਆ ਸੀਗਾ ਤੇ ਮੈਂ ਆਪਣੇ ਆਪ ਨਾਲ ਕਮਿਟਮੈਂਟ ਕੀਤੀ ਸੀਗੀ ਕਿ ਹਾਂ ਜਿਸ ਦਿਨ ਮੈਂ ਇਸ ਜੋਗਾ ਹੋ ਗਿਆ ਕਿ ਵੀ ਹਾਂ ਵੀ ਕਿ ਵੀ ਕੋਈ ਵੀ ਕੰਮ ਕਰਨ ਜੋਗਾ ਹੋ ਗਿਆ ਤੇ ਆਪਣੀ ਮਾਂ ਨੂੰ ਨਾ ਘਰੇ ਬਿਠਾ ਕੇ ਰੋਟੀਆਂ ਖਵਾਵਾਂਗਾ। ਤੇ ਅੱਜ ਕਰਦਾ ਵੀ ਉਹੀ ਪਿਆ ਵਾਂ। ਲੇਕਿਨ ਉਹ ਮਾਂ ਦੀ ਆਤਮਾ ਨੂੰ ਸ਼ਾਂਤੀ ਹੈ ਨਹੀਂ। ਉਹ ਸੋਚਦੀ ਹੈ ਮੇਰੀ ਮਾਂ ਕਿ ਵੀ ਹਾਂ ਮੇਰੇ ਪੁੱਤ ਨੂੰ ਮੈਂ ਬਣਾਇਆ ਕਿਸ ਕਾਬਲ ਸੀਗਾ। ਮੈਂ ਸੋਚਦੀ ਸੀ ਕਿ ਮੇਰਾ ਪੁੱਤਰ ਅਫਸਰ ਬਣੇਗਾ, ਠੀਕ ਹੈ, ਤੇ ਮੇਰਾ ਪੁੱਤਰ ਬਣਿਆ ਕੀ ਪਿਆ ਵਾ, ਠੀਕ ਹੈ ਨਾ। ਇਹ ਮੈਂ ਆਪਣੇ ਆਪ ਕਰਕੇ ਨਹੀਂ ਬਣਿਆ, ਮੈਂ ਆਪਣੀ ਮਾਂ ਨੂੰ ਵੀ ਹੱਥ ਜੋੜਦਾ ਵਾਂ, ਠੀਕ ਹੈ। ਮਾਂ ਮੇਰੀ ਕੋਈ ਗਲਤੀ ਨਹੀਂ, ਜਿੰਨਾ ਹੋ ਸਕਿਆ ਨਾ ਮੈਂ ਕੀਤਾ। ਮੇਰੇ ਟੀਚਰ ਸਾਹਿਬਾਨ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਅਫਸੋਸ ਨਾ ਕਰਿਓ ਕਿ ਦੇਖੋ ਮੇਰੀ ਕੀ ਗਲਤੀ ਹੈ। ਮੇਰੇ ਟੀਚਰ ਸਾਹਿਬਾਨ ਮੈਨੂੰ ਇਹ ਦੱਸਣ ਜਾਂ ਫਿਰ ਮੇਰੇ ਦੋਸਤ ਮੈਨੂੰ ਦੱਸਣ ਕਿ ਮੇਰੀ ਕੀ ਗਲਤੀ ਹੈ, ਠੀਕ ਹੈ। ਮੈਂ ਆਪਣੇ ਵੱਲੋਂ ਤਾਂ ਮਿਹਨਤ ਕੀਤੀ ਹੈ ਨਾ, ਮਿਹਨਤ ਦਾ ਫਲ ਨਹੀਂ ਮਿਲਿਆ ਤਾਂ ਮੈਂ ਕੀ ਕਰ ਸਕਦਾ ਹਾਂ, ਠੀਕ ਹੈ। ਮੇਰਾ ਕੋਈ ਕਸੂਰ ਹੈ? ਬਸ ਮੈਂ ਗੁਜ਼ਾਰਿਸ਼ ਕਰਦਾ ਮੇਰੀ ਸਰਕਾਰਾਂ ਨੂੰ ਕਿ ਯਾਰ ਮੈਨੂੰ ਮੇਰਾ ਜਿਹੜਾ ਕੋਈ ਫਲ ਨਹੀਂ ਦੇਣਾ ਨਾ ਦਿਓ। ਓਏ ਬਾਕੀ ਜਿਹੜੇ ਬੱਚੇ ਹੈ ਨਾ ਜਿਹੜੇ ਗਰੋਇੰਗ ਮਿਹਨਤ ਕਰਦੇ ਪਿਆ ਉਹਨਾਂ ਨੂੰ ਕਿਰਪਾ ਕਰਕੇ ਉਹਨਾਂ ਦਾ ਫਲ ਦਿਓ। ਓਏ ਉਹਨਾਂ ਨੂੰ ਨੌਕਰੀਆਂ ਦਿਓ, ਉਹਨਾਂ ਨੂੰ ਰੁਜ਼ਗਾਰ ਦਿਓ। ਜੇ ਤੁਸੀਂ ਨਾ ਕਿਸੇ ਕਾਬਲ ਹੈਗੇ ਤਾਂ ਰੁਜ਼ਗਾਰ ਦਿਓ ਉਹਨਾਂ ਨੂੰ। ਦਿਲ ਹੌਲਾ ਕਰੋ। ਇੱਕ ਤੁਸੀਂ ਕਹਿ ਰਹੇ ਸੀ ਵੀ ਤੁਹਾਡੀ ਸਰਕਾਰੀ ਨੌਕਰੀ ਵੀ ਜਿਹੜੀ ਉਹ ਵੀ ਮਿਲਣ ਲੱਗੀ ਸੀ, ਉਹ ਕੀ ਹੋਇਆ? ਵੀ ਸਰਕਾਰੀ ਨੌਕਰੀ ਤੁਹਾਨੂੰ ਮਿਲ ਜਾਣੀ ਸੀਗੀ, ਤੁਹਾਡਾ ਸਭ ਕੁਝ ਜਿਹੜਾ ਹੈ ਕ੍ਰਾਈਟੇਰੀਆ ਤੁਸੀਂ ਪਾਸ ਕਰ ਲਿਆ, ਹੋਇਆ ਕੀ ਵੀ ਨੌਕਰੀ ਨਹੀਂ ਮਿਲ ਪਾਈ ਹੈ? ਸਰ 2016 ਦੀ ਗੱਲ ਹੈ, 125 ਪੋਸਟਾਂ ਕੱਢੀਆਂ ਸੀ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਡਾਇਰੈਕਟ ਭਰਤੀ ਸਪੋਰਟਸ ਵਾਲਿਆਂ ਦੀਆਂ, ਠੀਕ ਹੈ। ਉਹਦੇ ਵਿੱਚ ਨੈਸ਼ਨਲ ਜਿਹੜੇ ਵਿਨਰ ਹੈਗੇ ਆ ਉਹਨਾਂ ਦੀ ਸਿਲੈਕਸ਼ਨ ਹੋਣੀ ਸੀ, ਠੀਕ ਹੈ। ਔਰ ਕ੍ਰਾਈਟੇਰੀਆ ਦੇ ਅਕੋਰਡਿੰਗ ਅਸੀਂ ਬਿਲਕੁਲ ਫਿੱਟ ਸੀਗੇ, ਸੌਟਵਾਲ ਵਾਲੇ ਬੱਚੇ, ਠੀਕ ਹੈ। ਸਾਡੇ ਕੋਲ 골ਡ ਮੈਡਲਸ ਹੈਗੇ ਆ, ਠੀਕ ਹੈ ਨਾ। ਅੱਜ ਉਸ ਲਿਸਟ ਨੂੰ ਤੁਸੀਂ ਦੇਖੋ 2016 ਦੇ ਵਿੱਚ ਜਿਹੜੀ ਕੱਢੀ ਸੀ, ਉਸ ਲਿਸਟ ਦੇ ਵਿੱਚ ਸਟੇਟ ਦੇ ਵਿੱਚ ਜਿਨ੍ਹਾਂ ਨੇ 골ਡ ਮੈਡਲ ਲਿੱਤਾ ਹੈ ਨਾ ਜਾਂ ਫਿਰ ਨੈਸ਼ਨਲ ਦੇ ਵਿੱਚ 3rd ਮੈਡਲ ਹੈਗੇ ਆ, ਉਹ ਵੀ ਸਿਲੈਕਟ ਹੋਏ ਪਏ ਆ। ਉਹ ਵੀ ਜਾਂ ਤਾਂ ਕਾਂਸਟੇਬਲ ਹੈਗੇ ਆ ਜਾਂ ਸਬ ਇੰਸਪੈਕਟਰ ਹੈਗੇ ਆ। ਸਾਡੇ ਵਰਗੇ ਜਿਹੜੇ 골ਡ ਮੈਡਲਿਸਟ ਆ, ਕੀ ਧਾਂਦਲੀ ਨੂੰ ਛਾਣੋ ਨਾ, ਧਾਂਦਲੀ ਕੀ ਆ। ਸਾਡੇ ਵਰਗੇ 골ਡ ਮੈਡਲਿਸਟ ਬੈਠੇ ਆ ਫੜੀਆਂ ਤੇ ਜੁੱਤੀਆਂ ਲੈ ਲਓ, ਜੁੱਤੀਆਂ ਆ ਬੈਠੇ ਆ 150 ਰੁਪਏ ਦੀ ਜੁੱਤੀ, 200 ਰੁਪਏ ਦੀ ਜੁੱਤੀ। ਆ ਜਿਹੜੇ ਨੈਸ਼ਨਲ 골ਡ ਮੈਡਲਿਸਟ ਆ ਬੈਠੇ ਆ, ਠੀਕ ਹੈ ਨਾ। ਉਹ ਜਿਹੜੇ ਸਿਫਾਰਸ਼ੀ ਉਹ ਬੈਠੇ ਬੜੇ ਅਫਸਰ, ਠੀਕ ਹੈ ਨਾ। ਸਟੇਟ ਵਿੱਚ ਚੈਂਪੀਅਨ ਪਤਾ ਨਹੀਂ ਕਿੱਦਾਂ ਆਏ ਹੋਣੇ, ਉਹ ਚੈਂਪੀਅਨ ਬਣੇ ਹੋਣੇ ਆ, ਠੀਕ ਹੈ ਨਾ। ਅਸੀਂ ਜਿਹੜੇ ਮਿੱਟੀ ਨਾਲ ਮਿੱਟੀ ਹੁੰਦੇ ਰਹੇ, ਠੀਕ ਹੈ ਨਾ, ਰੋੜਿਆਂ ਵਾਲੀ ਫੀਲਡਾਂ ਉੱਤੇ ਖੇਡੇ ਅਸੀਂ, ਠੀਕ ਹੈ। ਅਚਾਨਕ ਇੱਕ ਸੋਚੋ ਕਿ ਮੈਨੂੰ ਮੇਰੀ ਮਾਂ ਦਾ ਉਤਸ਼ਾਹ ਕਿੱਦਾਂ ਜਿਗਰਾ ਮੇਰੀ ਮਾਂ ਦਾ ਹੋਣਾ ਕਿ ਵੀ ਹਾਂ ਵੀ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਹੋਣੀ ਕਿ ਜਿਸ ਵੇਲੇ ਉਹਨੂੰ ਲੱਗਦਾ ਹੋਣਾ ਕਿ ਮੇਰਾ ਪੁੱਤ ਕੱਲ ਨੂੰ ਸਬ ਇੰਸਪੈਕਟਰ ਲੱਗ ਜਾਣਾ ਆ। ਤੇ ਉਸ ਤੋਂ ਬਾਅਦ 2-4 ਦਿਨ ਮਗਰੋਂ ਸਾਨੂੰ ਪਤਾ ਲੱਗਦਾ ਹੈ ਕਿ ਵੀ ਉਹ ਤਾਂ ਪੋਸਟਾਂ ਕਿਸੇ ਹੋਰ ਨੂੰ ਹੀ ਮਿਲੀ ਜਾਂਦੀਆਂ, ਠੀਕ ਹੈ ਨਾ। ਅਸੀਂ ਉਹ ਤੋਂ ਬਾਅਦ ਪੰਜਾਬ ਪੁਲਿਸ 'ਚ ਜਿਹੜੀ ਸਿਲੈਕਸ਼ਨ ਨਹੀਂ ਹੋਈ, ਉਹ ਤੋਂ ਬਾਅਦ 2017 ਦੇ ਵਿੱਚ ਜਨਵਰੀ ਦੇ ਵਿੱਚ ਕੋਰਟ ਕੇਸ ਲਾਇਆ। ਕੋਰਟ ਕੇਸ ਦਾ ਕੀ ਬਣਿਆ, ਠੀਕ ਹੈ ਨਾ। ਜਿੱਥੇ ਹਜ਼ਾਰਾਂ ਕੇਸਿਸ ਅੜੇ ਪਏ ਨੇ, ਸਾਡਾ ਵੀ ਕੇਸ ਚਲੀ ਜਾਂਦਾ ਵਾ। ਅਸੀਂ ਸੋਚਦੇ ਹਾਂ ਕਿ ਅੱਜ ਤਰੀਕ ਆਊਗੀ ਸਾਡੀ, ਕਦੇ 6 ਮਹੀਨੇ ਤਰੀਕ ਪੈ ਜਾਂਦੀ ਆ, ਕਦੇ 7 ਮਹੀਨੇ ਤਰੀਕ ਪੈ ਜਾਂਦੀ ਆ, ਕਦੇ 9 ਮਹੀਨੇ ਤਰੀਕ ਪੈ ਜਾਂਦੀ ਆ। ਅਸੀਂ ਉਹ ਤਰੀਕਾਂ ਨੂੰ ਹੀ ਫੋਲਦੇ ਰਹਿੰਦੇ ਆ, ਠੀਕ ਹੈ ਵੀ ਹਾਂ ਆਹ ਤਰੀਕ ਆਊਗੀ, ਠੀਕ ਹੈ ਨਾ। ਇਹ ਤੇ ਸਿਲੈਕਸ਼ਨ ਸਾਡਾ ਖੁਲਾਸਾ ਹੋਊਗਾ, ਇਹਦੇ ਵਿੱਚ ਸਾਨੂੰ ਜੁਆਇਨਿੰਗ ਮਿਲੂਗੀ, ਠੀਕ ਹੈ ਨਾ। ਨਾ ਹੀ ਤਾਂ ਪੰਜਾਬ ਦੇ ਡਾਇਰੈਕਟਰ ਆਫ ਸਪੋਰਟਸ ਕੁਝ ਕਰ ਰਹੇ ਆ, ਨਾ ਸਪੋਰਟਸ ਮੰਤਰੀ ਕੁਝ ਕਰ ਰਹੇ ਆ। ਮੈਂ ਸਪੋਰਟਸ ਮੰਤਰੀ ਨੂੰ ਵੀ ਨਾ 3-4 ਵਾਰੀ ਪਰਸਨਲੀ ਮਿਲ ਚੁੱਕਾ ਵਾਂ, ਲੈਟਰਾਂ ਵੀ ਲਿਖੀਆਂ। ਆ ਜਿਹੜੀ ਸੰਗੀਤਾ ਮੈਡਮ ਨੇ ਜਿਹੜੇ ਹੈਗੇ ਆਪਣੇ ਜਿਹੜੇ ਦੈਨਿਕ ਸਵੇਰਾ ਦੇ ਇਹਨਾਂ ਨੇ ਜਿਹੜੇ ਰਿਪੋਰਟ ਛਾਪੀ ਆ, ਮੈਂ ਧੰਨਵਾਦੀ ਹਾਂ ਉਹਨਾਂ ਦਾ, ਮੈਡਮ ਦਾ, ਜਿਨ੍ਹਾਂ ਨੇ ਇਹ ਮਾਮਲਾ ਸਾਹਮਣੇ ਲਿਆਂਦਾ। ਅੱਜ ਮੇਰੇ ਤੁਸੀਂ ਜਿਹੜੇ ਵੀਰ ਪਬਲਿਕ ਟਾਈਮਸ ਤੋਂ ਜਿਹੜੇ ਮੀਡੀਆ ਤੋਂ ਆਏ ਹੋ, ਤੁਸੀਂ ਇਹ ਮਾਮਲੇ ਨੂੰ ਸਾਹਮਣੇ ਲਿਆ ਰਹੇ ਹੋ। ਮੈਂ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਇਸ ਮਾਮਲੇ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਦੇਖੋ ਨਾ ਕੋਰਟ ਦੇ ਵਿੱਚ ਕਿੰਨੇ ਕੇਸ ਰੁਲਦੇ ਪਏ ਆ। ਇਹ ਸਾਡਾ ਕੇਸ ਵੀ ਇਦਾਂ ਹੀ ਰੁਲਦਾ ਪਿਆ ਵਾ। ਕੋਈ ਕੇਸ ਤਾਂ ਜੱਜ ਸਾਹਿਬ
ਬੇਨਤੀ ਕਰਾਂ ਬੱਚਿਆਂ ਵੱਲ ਰਹਿਮ ਕਰੋ। ਜੱਜ ਸਾਹਿਬ ਇਹ ਮੇਰੀ ਵੀਡੀਓ ਨਾ ਕਿਸੇ ਹੋਰ ਤੱਕ ਭਾਵੇਂ ਨਾ ਪਹੁੰਚਾਈਓ ਕਿ ਮੈਨੂੰ ਕਿਸੇ ਮੰਤਰੀ ਸ਼ੰਤਰੀ ਤੋਂ ਕਿਸੇ ਤੋਂ ਆਸ ਹੀ ਇੰਨੀ, ਠੀਕ ਹੈ ਨਾ। ਜੇ ਜੱਜ ਸਾਹਿਬ ਤੱਕ ਪਹੁੰਚਾ ਸਕੋ ਨਾ, ਜੱਜ ਸਾਹਿਬ ਮੇਰੀ ਸੁਣ ਲੈਣ ਤੇ ਤਰੀਕਾਂ ਘੱਟ ਪਾਓ। ਜੱਜ ਸਾਹਿਬ ਸੁਣ ਲਓ ਬੱਚਿਆਂ ਨੂੰ, ਆ ਪੜ੍ਹੇ ਲਿਖੇ ਬੱਚਿਆਂ ਨੂੰ ਜੁੱਤੀਆਂ ਵੇਚਣ ਜੋਗੇ ਨਾ ਛੱਡੋ। ਮੋਦੀ ਦੀ ਨਾ ਮੰਨੋ ਬਹੁਤੀ, ਠੀਕ ਹੈ ਨਾ। ਜਿਹੜਾ ਕਈ ਜਾਂਦਾ ਕਿ ਵੀ ਹਾਂ ਪਕੌੜੇ ਤਲੋ ਤੇ ਵੇਚੋ, ਉਹ ਕੀ ਕਰਦੇ ਪਏ ਹੋ ਯਾਰ, ਕੀ ਕਰਦੇ ਪਏ ਹੋ, ਠੀਕ ਹੈ ਨਾ। ਪੜ੍ਹੇ ਲਿਖੇ ਨੌਜਵਾਨਾਂ ਨਾਲ ਇਹਦੇ ਨਾਲੋਂ ਚੰਗਾ ਤੁਸੀਂ ਇਹ ਇਤਿਹਾਸ ਕਰ ਦਿਓ, ਇਹ ਰੂਲ ਕਰ ਦਿਓ ਕਿ ਪੜ੍ਹੋ ਹੀ ਨਾ, ਉਹ ਨਾ ਪੜ੍ਹੋ। ਕਿਉਂ ਕਿਸੇ ਮਾਂ ਨੂੰ ਤੁਸੀਂ ਗਲਤ ਸੁਪਨੇ ਦਿਖਾਉਂਦੇ ਹੋ? ਨਾ ਪੜ੍ਹੋ, ਨਾ ਪੜਾਓ ਬੱਚਿਆਂ ਨੂੰ। ਆਪਣੇ ਤੁਸੀਂ ਇੰਸਟੀਚਿਊਟ ਖੋਲ ਕੇ ਲੋਕਾਂ ਦੇ ਘਰ ਭਰੀ ਜਾਂਦੇ ਹੋ, ਪ੍ਰਧਾਨਾਂ ਦੇ ਘਰੇ ਭਰੀ ਜਾਂਦੇ ਹੋ, ਠੀਕ ਹੈ ਨਾ ਖੋਲੋ ਇੰਸਟੀਚਿਊਟ। ਜੇ ਤੁਹਾਡੇ 'ਚ ਔਕਾਤ ਹੈ ਨਹੀਂ ਨੌਕਰੀ ਦੇਣ ਦੀ, ਔਰ ਨਹੀਂ ਔਕਾਤ ਹੈਗੀ ਤੁਹਾਡੇ 'ਚ ਨੌਕਰੀ ਦੇਣ ਦੀ, ਤਾਂ ਫਿਰ ਕਿਉਂ ਇੰਸਟੀਚਿਊਟ ਖੋਲਦੇ ਹੋ? ਕਿਹੜੀ ਗੱਲੋਂ ਖੋਲਦੇ ਇੰਸਟੀਚਿਊਟ? ਕਿਉਂ ਪੜਨ, ਕਿਉਂ ਉੱਥੇ ਐਡੇ ਮੋਟੀਆਂ ਰਕਮਾਂ ਲੈ ਕੇ, ਐਡੇ ਵੱਡੀਆਂ ਸਿਫਾਰਸ਼ਾਂ ਲੈ ਕੇ, ਕਿਹੜੀ ਗੱਲੋਂ ਤੁਸੀਂ ਕਰਦੇ ਹੋ? ਕਮਾਲ ਕਰਦੇ ਹੋ ਯਾਰ, ਹੱਦ ਹੁੰਦੀ ਆ। ਇੰਡੀਆ ਨੂੰ, ਪੰਜਾਬ ਨੂੰ ਥੱਲੇ ਲਾਇਆ ਪਿਆ ਯਾਰ ਤੁਸੀਂ। ਯਾਰ ਕੀ ਕਰਤਾ ਪਿਆ ਯਾਰ? ਕਿਹੜੀ ਗੱਲੋਂ ਪੜ੍ਹਦੇ ਹਾਂ ਅਸੀਂ ਕਿ ਸਾਨੂੰ ਨੌਕਰੀ ਮਿਲੇ, ਅਸੀਂ ਸਮਾਜ ਦਾ ਭਲਾ ਕਰ ਸਕੀਏ, ਠੀਕ ਆ। ਇੱਥੇ ਬੈਠੇ ਅਸੀਂ ਕੀ ਸਮਾਜ ਦਾ ਭਲਾ ਕਰਾਂਗੇ, ਠੀਕ ਹੈ ਨਾ। ਇੰਨਾ ਕੁ ਆ ਕਿ ਜੇ ਕੋਈ ਗਰੀਬ ਮਜ਼ਲੂਮ ਸਾਡੇ ਕੋਲ ਆਉਂਦਾ ਹੈ ਨਾ, ਤੇ ਉਹਨੂੰ 10 ਰੁਪਏ ਸਸਤੀ ਦੇ ਦੀਦੀ ਆ, 20 ਰੁਪਏ ਸਸਤੀ ਦੇ ਦੀਦੀ ਆ, ਠੀਕ ਹੈ ਨਾ। ਕੋਈ ਜੇ ਕਵੇ ਕਿ ਹਾਂ ਬੱਚੇ, ਔਰ ਮੇਰੇ ਜਦੋਂ ਮੈਂ ਕਾਲਜ 'ਚ ਪੜ੍ਹਾਉਂਦਾ ਸੀ ਨਾ ਮਾਲਵਾ ਕੋਲ ਸਮਰਾਲੇ ਦੇ ਵਿੱਚ, ਸਮਰਾਲੇ ਦੇ ਸਟੂਡੈਂਟਸ ਨੂੰ ਪੁੱਛੋ, ਮੈਂ ਆਪਣੀ ਫੀਸ ਜਿਹੜੀ ਤਨਖਾਹ ਹੈ ਨਾ ਕਦੇ ਘਰੇ ਨਹੀਂ ਲੈ ਕੇ ਆਇਆ। ਬੱਚਿਆਂ ਦੀਆਂ ਫੀਸਾਂ ਦੇ ਵਿੱਚ, ਬੱਚਿਆਂ ਦੇ ਜਿਹੜੇ ਗਰੀਬ ਬੱਚੇ ਜਿਹੜਾ ਆਪਣਾ ਬਰਥਡੇ ਨਹੀਂ ਮਨਾ ਸਕਦੇ, ਉਹਨਾਂ ਦੇ ਵਿੱਚ ਸਾਰੇ ਪੈਸੇ ਉੱਥੇ ਹੀ ਲਾ ਜਾਂਦਾ ਸੀ। ਕਰੋ ਇਨਵੈਸਟੀਗੇਸ਼ਨ ਜੇ ਤੁਹਾਡੇ 'ਚ ਦਮ ਆ। ਹਮੇਸ਼ਾ ਹੀ ਜਿਹੜੇ ਬੱਚੇ ਐਡੀਆਂ ਕੁੜੀਆਂ ਜਿਹੜੀ ਫੀਸਾਂ ਨਹੀਂ ਦੇ ਸਕਦੀਆਂ, ਆਪਣੇ ਤੌਰ ਤੇ ਉਹਨਾਂ ਦੀ ਫੀਸਾਂ ਭਰਦਾ ਰਿਹਾ ਵਾਂ। ਤੇ ਮੈਂ ਹਲੇ ਵੀ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੈੱਡ ਆਫ ਦਾ ਡਿਪਾਰਟਮੈਂਟ ਨੂੰ ਲਾਓ ਉਹਨਾਂ ਦਾ ਇੰਟਰਵਿਊ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਸਪੋਰਟਸ ਹੈਗੇ ਜਿਹੜੇ ਡਾਕਟਰ ਸੁਖਦੇਵ ਸਿੰਘ, ਪੁੱਛੋ ਪੀਐਨ ਪਾਸੀ ਸਰ ਨੂੰ ਕਿ ਮੈਂ ਕਿੱਦਾਂ ਦਾ ਬੱਚਾ ਆ। ਉਹ ਯਾਰ ਮੈਂ ਕਿੰਨਾ ਕਰ ਸਕਦਾ ਵਾਂ। ਤੇ ਅੱਜ ਵੀ ਤੁਹਾਡੇ ਸਾਹਮਣੇ ਕਮਿਟਮੈਂਟ ਕਰਦਾ ਆ, ਜੇ ਮੈਂ ਕੁਝ ਬਣ ਗਿਆ ਨਾ, ਇਮਾਨਦਾਰੀ ਰਹੂੰ, ਇਮਾਨਦਾਰ ਦੇ ਰਾਹ ਤੋਂ ਨਹੀਂ ਭਟਕਦਾ। ਤੇ ਜੇ ਮੈਂ ਕੁਝ ਬਣ ਗਿਆ ਸਮਾਜ ਦੇ ਵਿੱਚ, ਇਮਾਨਦਾਰ ਲੋਕਾਂ ਨਾਲ ਖੜੂੰਗਾ ਤੇ ਇਮਾਨਦਾਰ ਲੋਕਾਂ ਦਾ ਹੀ ਭਲਾ ਕਰੂੰਗਾ। ਜਦੋਂ ਤੁਹਾਨੂੰ ਨੌਕਰੀ ਨਹੀਂ ਮਿਲੀ, ਤੁਸੀਂ ਇੱਕ ਨਵੀਂ ਸ਼ੁਰੂਆਤ ਕੀਤੀ, ਦੁਕਾਨ ਖੋਲ੍ਹੀ ਇੱਥੇ, ਵੱਡੀ ਦੁਕਾਨ ਇੱਕ ਖੋਲ੍ਹੀ, ਕੰਮਕਾਰ ਸਹੀ ਚੱਲਣਾ ਸ਼ੁਰੂ ਹੋ ਗਿਆ, ਸਭ ਕੁਝ ਸਹੀ ਚੱਲ ਰਿਹਾ ਸੀ। ਇੱਕੋ ਦਮ ਕੀ ਹੋਇਆ ਜੋ ਦੁਕਾਨ ਤੋਂ ਫਿਰ ਦੁਬਾਰਾ ਇੱਕ ਕਹਿ ਸਕਦੇ ਹਾਂ ਵੀ ਜਿਹੜੀ ਤੁਹਾਡੀ ਜ਼ਿੰਦਗੀ ਚੇਂਜ ਆਇਆ, ਦੁਬਾਰਾ ਜਿਹੜਾ ਤੁਸੀਂ ਫੜੀ ਤੇ ਆ ਗਏ? ਕਾਰਨ ਇਹ ਵੀ ਸਰਕਾਰੀ ਆ, ਠੀਕ ਹੈ ਨਾ। ਕਦੇ 1 ਨੰਬਰ ਖੁੱਲੂਗੀ, ਕਦੇ 2 ਨੰਬਰ ਖੁੱਲੂਗੀ। ਦੁਕਾਨਦਾਰਾਂ ਨੂੰ ਕਿਸੇ ਨੂੰ 1 ਨੰਬਰੀਆ ਬਣਾਤਾ, ਕਿਸੇ ਨੂੰ 2 ਨੰਬਰੀਆ ਬਣਾਤਾ, ਠੀਕ ਹੈ ਨਾ। ਉਹ ਯਾਰ ਇਹ ਤਾਂ ਸਾਰੇ ਹੀਰੋ ਨੇ ਜਿਹੜੇ ਦੁਕਾਨਦਾਰ ਹੈਗੇ ਆ, ਠੀਕ ਹੈ ਨਾ, ਜਿਹੜੇ ਆਪਣੇ ਬੱਚਿਆਂ ਨੇ ਪਾਲਣ ਵਾਸਤੇ ਕਦੇ ਦੌੜ ਧੁੱਪ ਕਰਦੇ ਰਹਿੰਦੇ ਆ, ਠੀਕ ਹੈ ਨਾ। ਅੱਜ ਤੁਸੀਂ ਦੇਖੋ ਵਪਾਰੀ ਲੈਵਲ ਤੇ ਯਾਰ ਇਹ ਜਿਹੜੇ ਵਪਾਰੀ ਹੈ ਨਾ ਬੰਦੇ, ਅੱਜ ਇੰਨੇ ਦੁਖੀ ਹੋਏ ਪਏ ਨੇ ਵਿਚਾਰੇ, ਆਪਣੇ ਘਰਾਂ ਦੇ ਬੈਂਕਾਂ ਦੀਆਂ ਕਿਸ਼ਤਾਂ, ਕ੍ਰੈਡਿਟ ਕਾਰਡਾਂ ਦੀਆਂ ਕਿਸ਼ਤਾਂ ਤੇ ਨਾ ਕੱਢਣ ਲਈ ਨਾ ਔਖੇ ਹੋਏ ਪਏ ਨੇ। ਇਹ ਸਮਾਜ ਦਾ ਨਾ ਐਡਾ ਭਿਆਨਕ ਚਿਹਰਾ ਨਾ, ਐਡਾ ਭਿਆਨਕ ਚਿਹਰਾ ਜਿਹੜਾ ਕਿ ਮਤਲਬ ਕਿ ਮਿਹਨਤ ਵਾਲੇ ਲੋਕ ਇੱਕ ਪਾਸੇ ਨੇ, ਜਿਹੜੇ ਚੋਰ ਬਜ਼ਾਰੀ ਵਾਲੇ ਲੋਕ ਦੂਜੇ ਪਾਸੇ ਨੇ। ਚੋਰ ਬਜ਼ਾਰੀ ਵਾਲੇ ਲੋਕ ਨਾ ਬਸ ਉਹਨਾਂ ਨੂੰ ਆਪਣਾ ਦਿਮਾਗ ਲੜਾ ਕੇ ਬਸ ਲੁੱਟਣਾ ਆਉਂਦਾ ਆ। ਉਹਦੇ ਵਿੱਚ ਸਾਡੀ ਸਰਕਾਰਾਂ ਆ ਗਈਆਂ, ਚਾਹੇ ਹੋਰ ਜਿਹੜੇ ਮਤਲਬ ਕਿ ਆ ਜਿਹੜੇ ਬੈਠੇ ਹੋਏ ਕਰਪਟ ਅਫਸਰ ਆ ਗਏ, ਇਹ ਸਾਰੇ ਚੋਰ ਜਿਹੜੇ ਨਾ ਉਹ ਵੱਖਰੇ ਹੈਗੇ ਆ, ਉਹਨਾਂ ਦੀ ਗਿਣਤੀ ਵੱਧ ਆ। ਇਮਾਨਦਾਰ ਲੋਕ ਬੇਟੇ ਚੁੱਪ ਬੈਠੇ ਨੇ, ਉਹ ਬਸ ਆਪਣੇ ਘਰੇ ਟੈਕਸ ਭਰੀ ਜਾਂਦੇ ਨੇ, ਠੀਕ ਆ। ਤੇ ਹੋਰ ਮਤਲਬ ਜੇ ਸਰਕਾਰ ਕਹਿੰਦੀ ਡੰਡਾ ਖੜਕਾ ਕੇ ਉਹ ਬੰਦ ਕਰੋ ਦੁਕਾਨਾਂ ਬੰਦ ਕਰ ਦਿੰਦੇ ਨੇ। ਉਹ ਕਿੰਨਿਆਂ ਦੇ ਅੱਜ ਨਾ ਸਰਕਾਰ ਸਹੀ ਡਾਟਾ ਨਹੀਂ ਦਿਖਾਉਂਦੀ ਪਈ, ਠੀਕ ਹੈ ਨਾ। ਕਿੰਨੇ ਕਿਸਾਨ ਮਰ ਗਏ, ਕਿੰਨੇ ਮਜ਼ਦੂਰ ਮਰ ਗਏ, ਉਹ ਕਿੰਨੇ ਜਿਹੜੇ ਵਪਾਰੀ ਮਰ ਗਏ, ਸਹੀ ਡਾਟਾ ਨਹੀਂ ਦਿਖਾਉਂਦੀ ਪਈ। ਉਹ ਬਸ ਇਹ ਦਿਖਾਉਂਦੀ ਆ ਕਿ ਵੀ ਨਵੀਆਂ ਕਿ ਆ ਲਓ ਜੀ ਆ ਮੋਦੀ ਸਾਹਿਬ ਨੂੰ ਲੈ ਲਓ। ਭਾਈ ਔਰ ਬਹਿਨੋ ਉਹ ਕੀ ਯਾਰ ਤੇਰੇ ਭਾਈਓ ਭੈਣੋ, ਕੀ ਭਾਈਓ ਭੈਣੋ ਹੈ ਕਿਆ ਯਾਰ? ਭਾਈਓ ਭੈਣੋ ਤੁਸੀਂ ਲਾਇਆ ਹੋਇਆ ਵਾ, ਸਭ ਕਮਾਲ ਹੋ ਗਈ ਯਾਰ। ਜੇ ਭਾਈਓ ਭੈਣੋ ਸਮਝਦੇ ਹੋ ਕਿਸੇ ਨੂੰ ਤੇ ਫਿਰ ਉਹਨਾਂ ਨੂੰ ਨੌਕਰੀਆਂ ਦਿਓ, ਠੀਕ ਹੈ ਨਾ, ਉਹਨਾਂ ਦੇ ਢਿੱਡ ਪੱਲਣ ਦਿਓ। ਕੋਈ ਤੁਹਾਡੇ ਕੋਲ ਮੰਗ ਕੇ ਰਾਜੀ ਨਹੀਂ ਹੈਗਾ। ਜੇ ਤੁਸੀਂ ਸੋਚੋ ਨਾ ਕਿ ਕੋਈ ਹੱਥ ਫੜਾ ਕੇ ਪੰਜਾਬ ਦਾ ਕੋਈ ਸ਼ੇਰ ਹੱਥ ਫਲਾਊਗਾ, ਹੱਥ ਨਹੀਂ ਫਲਾਉਂਦਾ ਪੰਜਾਬ ਦਾ ਸ਼ੇਰ। ਤੁਹਾਨੂੰ ਨਹੀਂ ਪਤਾ ਪੰਜਾਬ ਦੇ ਸ਼ੇਰ ਰੁਜ਼ਗਾਰ ਕਰਨ ਦੇ ਵਿੱਚ ਮਾਹਰ ਨੇ, ਕੰਮ ਕਰਨ ਦੇ ਵਿੱਚ ਮਾਹਰ ਨੇ, ਠੀਕ ਹੈ। ਉਹ ਆਪਣੇ ਮਿਹਨਤ ਦਾ ਫਲ ਉਹਨਾਂ ਨੂੰ ਪਤਾ ਕਿਵੇਂ ਲਈਦਾ ਹੁੰਦਾ, ਠੀਕ ਹੈ। ਮਿਹਨਤ ਕਰਕੇ ਰਾਜੀ ਨੇ ਪੰਜਾਬ ਦੇ ਲੋਕ, ਉਹ ਚੋਰ ਚਕਾਰੀ ਕਰਕੇ ਰਾਜੀ ਨਹੀਂ ਹੈਗੇ। ਪੰਜਾਬ ਦੇ ਲੋਕਾਂ ਨੂੰ ਘੱਟ ਮਿਹਨਤ ਕਰਨ ਦਿਓ, ਉਹਨਾਂ ਦਾ ਹੱਕ ਨਾ ਖਾਓ। ਉਹਨਾਂ ਦੇ ਹੱਕ ਤਾਂ ਤੁਸੀਂ ਖੋਹਣੇ ਪਏ ਹੋ, ਕੀ ਫਾਇਦਾ ਤੁਹਾਡਾ ਸਰਕਾਰਾਂ ਦਾ? ਕਮਾਲ ਕਰਦੇ ਹੋ ਯਾਰ ਤੁਸੀਂ ਯਾਰ। ਧੰਨਵਾਦ ਜੀ ਤੁਹਾਡਾ। ਜਿਵੇਂ ਕਿ ਇਸ ਨਾਲ ਅਸੀਂ ਗੱਲਬਾਤ ਕੀਤੀ ਹੋਈ ਹੈ, ਐਮਫਿਲ ਵੀ ਕੀਤੀ ਹੋਈ ਹੈ ਇਹਨਾਂ ਨੇ, ਗੋਲਡ ਮੈਡਲਿਸਟ
ਨੈਸ਼ਨਲ ਲੈਵਲ ਦਾ। ਪਰ ਅੱਜ ਜਿਹੜਾ ਹੈ ਆਪਣਾ ਘਰ ਦਾ ਖਰਚਾ ਚਲਾਉਣ ਲਈ, ਆਪਣਾ ਹੀਲਾ ਵਸੀਲਾ ਕਰਨ ਲਈ ਅੱਜ ਇੱਕ ਜਿਹੜੀ ਹੈ ਚੱਪਲਾਂ ਦੀ ਫੜੀ ਲਗਾ ਰਹੇ ਨੇ। ਜ਼ਰੂਰ ਜਿਹੜਾ ਘਰ ਦਾ ਗੁਜ਼ਾਰਾ ਚੱਲ ਰਿਹਾ, ਪਰ ਜਿਹੜੇ ਸੁਪਨੇ ਸੀ ਇੱਕ ਅਫਸਰ ਬਣਨ ਦੇ, ਐਡੀ ਸਾਲਾਂ ਦੀ ਮਿਹਨਤ ਸੀ, ਪੜ੍ਹਾਈ ਵੀ ਕੀਤੀ, ਖੇਡਾਂ ਵੀ ਖੇਡੀਆਂ, ਆਪਣੇ ਸਟੇਟ ਦਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਵੀ ਉੱਚਾ ਕੀਤਾ, ਪਰ ਅੱਜ ਜਿਹੜੇ ਨੇ ਇਹ ਹਾਲਾਤ ਹੋ ਰਹੇ ਆ। ਸੋ ਇਹ ਸੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਥਾਰੂ ਦੇ ਨਾਲ ਕੁਵਰਜੋਤ ਸਿੰਘ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।